ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਤੇ ਤੁਹਾਡੇ ਨਾਲ ਹਾਂ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਨ ਜਾ ਰਹੇ ਹਾਂ ਹੁਣ ਤੱਕ ਦੀਆਂ ਸਿਆਸੀ ਤੇ ਅਹਿਮ ਖਬਰਾਂ ਨੂੰ ਲੈ ਕੇ ਜੋ ਕਿ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਮਾਹੌਲ ਭਖਿਆ ਹੋਇਆ ਤੇ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰਾਂਗੇ। ਇੱਕ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਦੇ ਵੱਲੋਂ ਕਾਗਜ਼ ਭਰੇ ਗਏ ਨੇ, ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਕਾਗਜ਼ ਭਰ ਦਿੱਤੇ ਗਏ ਨੇ ਤੇ ਅਕਾਲੀ ਦਲ ਦੀਆਂ ਕਿਹੋ ਜਿਹੀਆਂ ਸਥਿਤੀਆਂ ਨਜ਼ਰ ਆ ਰਹੀਆਂ ਨੇ ਸੀਟ ਨੂੰ ਲੈ ਕੇ, ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਰਾਜਾ ਵੜਿੰਗ ਦੀ। ਤਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਸ ਸਮੇਂ ਜਦੋਂ ਕੁਝ ਕਾਂਗਰਸ ਦੇ ਸਾਬਕਾ ਮੰਤਰੀ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਗਏ ਤੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ। ਕੀ ਬਿਆਨ ਹੈ ਉਸ ਨੂੰ ਲੈ ਕੇ ਚਰਚਾ ਕਰਾਂਗੇ ਤੇ ਆਖਰ ਇਸ ਦੇ ਪਿੱਛੇ ਕੀ ਮਾਇਨੇ ਨਜ਼ਰ ਆ ਰਹੇ ਨੇ। ਨਾਲ ਹੀ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ। ਤਾਂ ਉਹਨਾਂ ਦੇ ਵੱਲੋਂ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦੀ ਜਾਂਚ ਤੇ ਭਰੋਸਾ ਨਹੀਂ ਜਾਂ ਫਿਰ ਕੀ ਕਾਰਨ ਨਜ਼ਰ ਆ ਰਹੇ ਨੇ ਇਸ ਮਾਮਲੇ ਨੂੰ ਲੈ ਕੇ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਸ਼ਾਮਲ ਨੇ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਸਾਹਿਬ, ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ। बहुत बहुत शुक्रिया ਚੱਠਾ ਸਾਹਿਬ। ਅਣਖ ਸਾਹਿਬ, ਜਿਸ ਤਰੀਕੇ ਦੇ ਨਾਲ 6 ਤਰੀਕ ਲਾਸਟ ਹੈ ਨੋਮੀਨੇਸ਼ਨ ਭਰਨ ਦੀ, ਤਾਂ ਉਧਰ ਸਿਮਰਜੀਤ ਮਾਨ ਉਹਨਾਂ ਨੇ ਵੀ ਨੋਮੀਨੇਸ਼ਨ ਭਰ ਦਿੱਤੇ ਨੇ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਿਸਟਰ ਨੇ ਜਿਹੜੇ ਉਹ ਵੀ ਕਹਿੰਦੇ ਨੇ ਕਿ ਅਕਾਲੀ ਦਲ ਦੀ ਜਿਹੜੇ ਚੋਣ ਨਿਸ਼ਾਨ ਤੇ ਮੈਂ ਲੜਨ ਨੂੰ ਤਿਆਰ ਹਾਂ ਤੇ ਉਹਨਾਂ ਨੂੰ ਟਿਕਟ ਵੀ ਜਿਹੜੀ ਦੇਣ ਦੀ ਗੱਲ ਕਰ ਦਿੱਤੀ ਹੈ। ਤਾਂ ਕੀ ਸਥਿਤੀਆਂ ਬਣਦੀਆਂ ਨਜ਼ਰ ਆ ਰਹੀਆਂ ਨੇ ਜ਼ਿਮਨੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੀਆਂ? ਚੱਠਾ ਸਾਹਿਬ, ਬੀਤੇ 2 ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਬਹੁਤ ਸਰਗਰਮ ਸਨ ਜੀ, ਔਰ ਉਹਦੇ ਨਾਲ ਹੀ ਨਾਲ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਵਾਕਈ ਪੰਥਕ ਧਿਰਾਂ ਇੱਕ ਮੁੱਦੇ ਤੇ ਇਕੱਠੀਆਂ ਹੋ ਸਕਦੀਆਂ ਨੇ। ਆਪਾਂ ਰਾਤ ਦੇ ਪ੍ਰੋਗਰਾਮ 'ਚ ਉਸ ਤੋਂ ਪਹਿਲਾਂ ਵੀ ਗੱਲ ਕੀਤੀ ਕਿ ਇਸ ਤਰੀਕੇ ਦਾ ਏਜੰਡਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ, ਮਾਨ ਸਾਹਿਬ, ਸਿਮਰਨਜੀਤ ਸਿੰਘ ਮਾਨ ਨੂੰ ਜੀ ਆਪਣੀ ਹਮਾਇਤ ਦੇ ਕੇ ਇੱਕ ਪੰਥਕ ਧਿਰ ਵਜੋਂ ਜਾਂ ਪੰਥਕ ਨੇਤਾ ਵਜੋਂ ਸੰਗਰੂਰ ਦੀ ਜ਼ਿਮਨੀ ਚੋਣ 'ਚ ਖੜਾ ਕਰ ਸਕਦੇ ਸਨ ਜੀ। ਜਥੇਦਾਰ ਅਕਾਲ ਤਖਤ ਸਾਹਿਬ ਦੀ ਵੀ ਸਟੇਟਮੈਂਟ ਆਈ, ਹੋਰ ਵੀ ਆਈ ਜੀ, ਤੇ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਅਖਬਾਰਾਂ 'ਚ ਫੋਟੋਆਂ ਵੀ ਲੱਗੀਆਂ ਜਿਹਦੇ ਤੋਂ ਇਹ ਪਤਾ ਲੱਗਣ ਲੱਗ ਪਿਆ ਕਿ ਸ਼ਾਇਦ ਮਾਨ ਸਾਹਿਬ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਪੰਥਕ ਉਮੀਦਵਾਰ ਜਿਨ੍ਹਾਂ ਨੂੰ ਸਮੂਹ ਅਕਾਲੀ ਦਲਾਂ ਦਾ ਸਮਰਥਨ ਪ੍ਰਾਪਤ ਹੋਏਗਾ ਉਹ ਉਮੀਦਵਾਰ ਹੋਣਗੇ। ਪਰ ਇਹ ਰਾਤ ਬੀਤਦਿਆਂ ਸਥਿਤੀਆਂ ਬਦਲ ਗਈਆਂ। ਜਿਹਦੇ ਤੋਂ ਸਥਿਤੀਆਂ ਤਾਂ ਬਦਲਣੀਆਂ ਚਲੋ ਸਨ ਜਿਹੜੀਆਂ ਉਹ ਤਾਂ ਪਤਾ ਹੀ ਸੀ, ਪਰ ਇਸ ਸਾਰੇ ਐਪੀਸੋਡ ਦਾ ਇੱਕ ਗੱਲ ਸਾਫ਼ ਹੋ ਗਈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸੇ ਵੀ ਸੂਰਤ ਵਿੱਚ ਆਪਣੇ ਰਾਜਨੀਤਿਕ ਹਿੱਤਾਂ ਨੂੰ ਪੂਰਾ ਕਰਨ ਵਾਸਤੇ ਹਰ ਤਰੀਕੇ ਦਾ ਦਾਅ-ਪੇਚ ਖੇਡ ਸਕਦਾ ਜੀ, ਤੇ ਕਿਸੇ ਵੀ ਸੂਰਤ ਦੇ ਵਿੱਚ ਆਪਣੇ ਬਰਾਬਰ ਹੋਰ ਕਿਸੇ ਅਕਾਲੀ ਨੇਤਾ ਨੂੰ ਉਭਰਨ ਨਹੀਂ ਦੇਣਾ ਚਾਹੁੰਦਾ। ਇਹ ਉਸਦੀ ਇੱਕ ਸਟੇਟਮੈਂਟ ਆ, ਮਤਲਬ ਸਟੇਟਮੈਂਟ ਨਹੀਂ, ਇਹ ਉਸਦੀ ਉਹ ਮਨੋਦਿਸ਼ਾ ਆ ਜਿਹੜੀ ਇਸ ਸਾਰੇ ਐਪੀਸੋਡ ਦੇ ਵਿੱਚੋਂ ਸਾਹਮਣੇ ਆਈ। ਬੀਤੇ ਦਿਨਾਂ ਯਾਰਾਬੰਦੀ ਸਿੰਘਾਂ ਨੂੰ ਲੈ ਕੇ ਸਾਰੇ ਅਕਾਲੀ ਦਲਾਂ ਦਾ ਇੱਕ ਫਰੰਟ ਤੇ ਇਕੱਠੇ ਹੋਣਾ, ਧਾਰਮਿਕ ਰਾਜਨੀਤਿਕ ਜਥੇਬੰਦੀਆਂ ਨੂੰ ਲੈ ਕੇ ਤੁਰਨ ਦਾ ਖਿਆਲ, ਔਰ ਉਹਦੇ ਵਿੱਚ ਸਾਰੀ ਅਗਵਾਈ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੱਥਾਂ ਵਿੱਚ ਲੈਣੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਧੜਕ ਹੋ ਕੇ ਨਾਲ ਤੁਰਨਾ, ਇਹ ਸਭ ਇਹ ਚੀਜ਼ਾਂ ਦਰਸਾਉਂਦੀਆਂ ਸਨ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਵੇਲੇ ਅੱਜ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਹੋਰ ਸ਼੍ਰੋਮਣੀ ਕਮੇਟੀ ਜਾਂ ਉਹ ਖੁਦ ਆਪਣੇ ਸਿਆਸੀ ਗਵਾਚੇ ਧਰਾਤਲ ਨੂੰ ਬਹਾਲ ਕਰਨਾ ਚਾਹੁੰਦੇ ਆ ਤੇ ਇਸ ਵਾਸਤੇ ਉਹ ਦਾਅ ਖੇਡ ਰਹੇ ਆ। ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਉਹ ਕਿਹੜਾ ਦਾਅ ਖੇਡਣ। ਕਦੇ ਉਹ ਮਾਨ ਸਾਹਿਬ ਵੱਲ ਜਾਂਦੇ ਸੀ ਤੇ ਜੇਕਰ ਉਹ ਸਿਮਰਨਜੀਤ ਸਿੰਘ ਮਾਨ ਨੂੰ ਹਮਾਇਤ ਦੇ ਦਿੰਦੇ ਆ ਤਾਂ ਇੱਕ ਕਿਸਮ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਪਣਾ ਵਰਚਸਵ ਜਿਹੜਾ ਉਹ ਖਤਮ ਹੋ ਜਾਂਦਾ, ਜਿਹੜੀ ਗੱਲ ਕਦੇ ਵੀ ਨਾ ਵੱਡੇ ਬਾਦਲ ਸਾਹਿਬ ਨੂੰ ਮਨਜ਼ੂਰ ਆ ਤੇ ਨਾ ਹੀ ਛੋਟੇ ਬਾਦਲ ਸਾਹਿਬ ਨੂੰ। ਤਾਂ ਫਿਰ ਵਿਚਕਾਰਲਾ ਰਸਤਾ ਉਹਨਾਂ ਵੱਲੋਂ ਲੱਭਿਆ ਗਿਆ, ਇੱਕ ਇਹੋ ਜਿਹਾ ਮੁੱਦਾ ਛੇੜ ਕੇ ਕਿ ਜਿਹੜਾ ਮੁੱਦਾ ਠੀਕ ਆ ਉਹਨਾਂ ਦੀ ਵੀ ਰਹਿ ਜੂਗੀ, ਇਹ ਵੀ ਕਹਿ ਦੇਣਗੇ ਕਿ ਅਸੀਂ ਬੰਦੀ ਸਿੰਘਾਂ ਦੇ ਪਰਿਵਾਰ ਦੇ ਪ੍ਰਤੀ ਹਾਮੀ ਰੱਖਦੇ ਆ। ਜਿਹੜੀ ਸਥਿਤੀ ਆ ਉਸ ਉਮੀਦਵਾਰ ਦੀ ਉਹ ਤਾਂ ਪਤਾ ਹੀ ਆ ਜੀ। ਹੁਣ ਇਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬੜਾ ਪ੍ਰਚਾਰ ਕੀਤਾ ਗਿਆ ਸੀ ਬੰਦੀ ਸਿੰਘਾਂ ਦੇ ਪਰਿਵਾਰ ਦੀ ਲੜਕੀ ਨੂੰ ਜਾਂ ਕਿਸੇ ਮੈਂਬਰ ਨੂੰ ਅਸੀਂ ਟਿਕਟ ਦੇ ਰਹੇ ਹਾਂ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਜਿਹੜੀ ਆ, ਮੂੰਹ ਬੋਲੀ ਭੈਣ, ਸਕੀ ਭੈਣ ਨਹੀਂ ਆ, ਮੂੰਹ ਬੋਲੀ ਭੈਣ ਨੂੰ ਟਿਕਟ ਦੇ ਦਿੱਤੀ ਗਈ ਆ ਜੀ। ਤੇ ਰਾਜੋਆਣਾ ਵੀ ਬੀਤੇ ਮਗਰਲੇ ਦੌਰ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਦੇ ਵਿੱਚ ਭੁਗਤਦਾ ਰਿਹਾ। ਇਹ ਗੱਲ ਉਸਨੇ ਕਹੀ ਸੀ
ਵੋਟਾਂ ਦੇ ਸਮੇਂ ਕਿ ਸਾਨੂੰ ਵੋਟਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਉਣੀਆਂ ਚਾਹੀਦੀਆਂ, ਲੋਕਾਂ ਨੇ ਉਸ ਦੀ ਅਪੀਲ ਦੀ ਕੋਈ ਗੱਲਬਾਤ ਨਹੀਂ ਕੀਤੀ। ਤਾਂ ਹੁਣ ਅਕਾਲੀ ਦਲ ਦੀ ਸਮੱਸਿਆ ਇਹ ਹੈ ਕਿ ਅਕਾਲੀ ਦਲ ਕੋਲ ਕੋਈ ਉਮੀਦਵਾਰ ਹੀ ਨਹੀਂ ਹੈਗਾ। ਤਾਂ ਇੱਕ ਛੋਟੇ ਮਤਲਬ ਕਹੀਂ ਕਹਿੰਦੇ ਆ ਕਿ ਇੱਕ ਨਿਸ਼ਾਨੇ ਨਾਲ ਦੋ ਤੀਰ ਕਰਦਾ ਚਾਹੁੰਦਾ, ਸੱਪ ਵੀ ਮਰ ਜੇ ਸੋਟਾ ਵੀ ਰਹਿ ਜੇ, ਜਿੱਤੇ ਭਾਵੇਂ ਕੋਈ ਨਾ ਜਿੱਤੇ, ਘੱਟੋ ਘੱਟ ਬਾਦਲ ਅਕਾਲੀ ਦਲ ਇੰਨੀ ਗੱਲ ਕਹਿਣ ਜੋਗਾ ਹੋ ਜਾਏਗਾ ਕਿ ਦੇਖੋ ਜੀ ਅਸੀਂ ਤਾਂ ਬੰਦੀ ਸਿੰਘਾਂ ਦੇ ਪ੍ਰਤੀ, ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਪੂਰਨ ਤੌਰ ਤੇ ਸਮਰਪਿਤ ਆ, ਅਸੀਂ ਤਾਂ ਉਮੀਦਵਾਰ ਖੜਾ ਕਰ ਦਿੱਤਾ, ਅਸੀਂ ਆਪਣਾ ਉਮੀਦਵਾਰ ਖੜਾ ਨਹੀਂ ਕੀਤਾ, ਤੇ ਸਾਡੀ ਤਾਂ ਵੇਖੋ ਕੋਈ ਇਹੋ ਜਿਹੀ ਮਨ ਭਾਵਨਾ ਹੈ ਹੀ ਨਹੀਂ। ਮਾਨ ਸਾਹਿਬ ਜਿਹੜੇ ਨੇ ਗਲਤ ਨੇ, ਉਹ ਪੰਥਕ ਮੁੱਦੇ ਤੇ ਸਾਡੇ ਨਾਲ ਨਹੀਂ ਤੁਰਦੇ। ਸੋ ਸੁਖਬੀਰ ਸਿੰਘ ਬਾਦਲ ਕੋਲ ਇਹੋ ਜਿਹਾ ਉਹਨੇ ਇੱਕ ਦ੍ਰਿਸ਼ ਜਿਹੜਾ ਸਿਰਜਣ ਦੀ ਕੋਸ਼ਿਸ਼ ਕੀਤੀ ਆ, ਤਾਂ ਸ਼ਾਇਦ ਇਸੇ ਹੀ ਕਾਰਨ ਸਿਮਰਜੀਤ ਸਿੰਘ ਮਾਨ ਵਰਗੇ ਲੀਡਰ ਨੇ ਕੱਲ ਕਹਿ ਦਿੱਤਾ ਕਿ ਜੇ ਵਾਕਿਆ ਹੀ ਤੂੰ ਬੰਦੀ ਸਿੰਘਾਂ ਦੇ ਪਰਿਵਾਰਾਂ ਪ੍ਰਤੀ ਇੰਨਾ ਗੰਭੀਰ ਆ, ਤਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਜਿਹੜੀ ਹੈ ਕਿਸੇ ਬੰਦੀ ਸਿੰਘ ਦੇ ਪ੍ਰਧਾਨ ਨੂੰ ਦੇ ਦਿਓ, ਬਿਲਕੁਲ ਪਰਿਵਾਰ ਦੇ ਕਿਸੇ ਮੈਂਬਰ ਨੂੰ ਦੇ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਸੇ ਬੰਦੀ ਸਿੰਘ ਦੇ ਪਰਿਵਾਰ ਨੂੰ ਬਣਾ ਦਿਓ। ਜੇਕਰ ਤੁਸੀਂ ਵਾਕਿਆ ਹੀ ਇੰਨੇ ਗੰਭੀਰ ਜਿਹੜੇ ਕਾਫੀ ਹੱਦ ਤੱਕ ਇਹ ਲੌਜਿਕ, ਇਹ ਦਲੀਲ ਜਿਹੜੀ ਮਾਨ ਸਾਹਿਬ ਦੀ ਕਾਫੀ ਹੱਦ ਤੱਕ ਠੀਕ ਆ, ਤੇ ਜੇ ਵਾਕਈ ਤੁਸੀਂ ਇੰਨੇ ਪੰਥ ਦੇ ਪ੍ਰਤੀ ਵਫਾਦਾਰ ਜੀ, ਪੰਥ ਦਾ ਦਰਦ ਤੁਹਾਡੇ ਮਨ 'ਚ ਇੰਨਾ ਹੀ ਆ, ਇੰਨਾ ਹੀ ਬੰਦੀ ਸਿੰਘਾਂ ਦੇ ਪਰਿਵਾਰਾਂ ਵਾਸਤੇ ਤੁਸੀਂ ਅੰਦਰੋਂ ਖੌਫਜ਼ਦਾ ਜੀ, ਜਾਂ ਉਹਨਾਂ ਨੂੰ ਇੰਨਾ ਹੀ ਤੁਸੀਂ ਬਾਹਰ ਲਿਆਉਣਾ ਚਾਹੁੰਦੇ ਜਿੱਥੇ ਵਾਕਿਆ ਉਹਨਾਂ ਨੂੰ ਪ੍ਰਧਾਨਗੀਆਂ ਦਿੱਤੀਆਂ ਜਾ ਸਕਦੀਆਂ, ਕਿਉਂ ਨਹੀਂ ਦਿੱਤੀਆਂ ਜਾ ਸਕਦੀਆਂ ਜੀ। ਸੋ ਇਹ ਸਭ ਦੇ ਨਾਲ ਚੱਠਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਦਲ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੀ ਉਹ ਸਥਿਤੀ ਸਾਰਿਆਂ ਦੇ ਸਾਹਮਣੇ ਨੰਗੀ ਹੋ ਜਾਂਦੀ ਹੈ, ਜਿਹਦੇ ਨਾਲ ਇਹ ਸਾਫ਼ ਤੇ ਸਪਸ਼ਟ ਆ ਕਿ ਉਹ ਕਿਸੇ ਵੀ ਸੂਰਤ ਵਿੱਚ ਪੰਜਾਬ ਦੇ ਅੰਦਰ ਮੁੜ ਆਪਣੀ ਸਰਕਾਰ ਜਾਂ ਆਪਣੀ ਸਿਆਸਤ ਨੂੰ ਚਮਕਾਉਣੀ ਚਾਹੁੰਦਾ, ਉਹ ਸਿਆਸਤ ਜਿਹੜੀ ਉਹਦੇ ਆਪਣੇ ਕਾਰਨਾਮਿਆਂ ਕਰਕੇ ਖੁਸ਼ ਚੁੱਕੀ ਆ। ਨਹੀਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਹ ਇਤਿਹਾਸ 100 ਸਾਲਾ ਮਾਨਮਤਾ ਇਤਿਹਾਸ ਸੀ, ਜਿਹੜਾ 25 ਸਾਲ ਸੁਖਬੀਰ ਸਿੰਘ ਬਾਦਲ ਵੀ ਕਹਿੰਦਾ ਕਿ ਮੈਂ ਰਾਜ ਕਰਨਾ, ਤੇ ਅੱਜ ਸਥਿਤੀ ਇਹ ਆ ਕਿ ਇੱਕ ਸੰਗਰੂਰ ਦੀ ਉਪ ਜ਼ਿਮਨੀ ਚੋਣ ਦੇ ਵਿੱਚ ਉਹਨਾਂ ਕੋਲ ਇੱਕ ਉਮੀਦਵਾਰ ਖੜਾ ਕਰਨ ਨੂੰ ਨਹੀਂ ਹੈਗਾ। ਇਸ ਤੋਂ ਵੱਡੀ ਤਰਾਸਦਿਕ ਸਥਿਤੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਹੋ ਸਕਦੀ ਆ? ਔਰ ਜੇਕਰ ਤੁਸੀਂ ਹੁਣ ਇਹ ਕਹੋ ਕਿ ਇਹ ਬੰਦੇ ਪੰਥ ਦਾ ਭਲਾ ਚਾਹੁੰਦੇ, ਮੈਂ ਰਾਤੀ ਵੀ ਤੁਸੀਂ ਮੈਨੂੰ ਸਵਾਲ ਕੀਤਾ ਸੀ, ਮੈਂ ਪਹਿਲਾਂ ਕਿਹਾ ਹੈ ਕਿ ਪੰਥ ਦੀ ਪਰਿਭਾਸ਼ਾ ਦਾ ਪਹਿਲਾਂ ਤੁਸੀਂ ਮੈਨੂੰ ਦੱਸੋ। ਸੋ ਇਹ ਕਿਹੜੇ ਪੰਥ ਦੀ ਗੱਲ ਕਰਦੇ ਆ? ਸਿਮਰਜੀਤ ਮਾਫ ਕਰਦਾ, ਸੁਖਬੀਰ ਸਿੰਘ ਬਾਦਲ ਦਾ ਸਿਰਫ ਤੇ ਸਿਰਫ ਨਿਸ਼ਾਨਾ ਇਹ ਆ ਕਿ ਮੇਰੀ ਸਰਦਾਰੀ ਪੰਜਾਬ ਦੇ ਵਿੱਚ ਕਾਇਮ ਰਹੇ, ਖਾਸ ਤੌਰ ਤੇ ਸਿੱਖ ਸਿਆਸਤ ਦੇ ਸੰਦਰਭ 'ਚ ਜਿਸ ਤਰ੍ਹਾਂ ਵੱਡੇ ਬਾਦਲ ਸਾਹਿਬ ਸਰਬ ਪ੍ਰਵਾਨਿਤ ਲੀਡਰ ਸਨ, ਉਸੇ ਤਰ੍ਹਾਂ ਲੋਕ ਮੈਨੂੰ ਲੀਡਰ ਮੰਨਣ। ਪਰ ਸ਼ਾਇਦ ਉਹ ਸੁਖਬੀਰ ਸਿੰਘ ਦੇ ਬਣ ਸਕਦਾ, ਪਰ ਉਹ ਸੁਖਬੀਰ ਸਿੰਘ ਬਾਦਲ ਨਹੀਂ ਬਣ ਸਕਦਾ। ਸੁਖਬੀਰ ਦੀ ਇਹ ਸਮੱਸਿਆ, ਤੇ ਜੇਕਰ ਹੁਣ ਕੁਰਬਾਨੀ ਦੀ ਹੀ ਗੱਲ ਕਰ ਦੋ, ਬੰਦੀ ਸਿੰਘਾਂ ਦੀ ਗੱਲ ਕਰ ਦੋ, ਜੇਕਰ ਸਿਮਰਜੀਤ ਸਿੰਘ ਮਾਨ ਦਾ ਬੀਤੇ ਸਮੇਂ ਦਾ ਇਤਿਹਾਸ ਵੇਖਿਆ ਜਾਵੇ, ਉਸ ਬੰਦੇ ਨੇ ਜਿੰਨੀਆਂ ਸਜ਼ਾਵਾਂ ਕੱਟੀਆਂ ਨੇ, ਜਿੰਨੀਆਂ ਜੇਲਾਂ ਕੱਟੀਆਂ ਨੇ, ਮੇਰਾ ਨਹੀਂ ਖਿਆਲ ਉਹਦੀਆਂ ਇਹਨਾਂ ਦੋ ਪਿਓ ਪੁੱਤਾਂ ਨੇ ਕੱਟੀਆਂ ਹੋਣ। ਉਹ ਵਿਅਕਤੀ ਅੱਜ ਤੱਕ ਆਪਣੀ ਵਿਚਾਰਧਾਰਾ ਤੇ ਪੂਰਨ ਤੌਰ ਤੇ ਕਾਇਮ ਆ, ਕਦੇ ਸਟੈਂਡ ਤੇ ਕਾਇਮ ਰਿਹਾ। ਹੁਣ ਜੇਕਰ ਇਹ ਪੰਥਕ ਉਮੀਦਵਾਰ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਉਮੀਦਵਾਰ ਵਜੋਂ ਖਿਲਾਰਿਆ, ਬੀਬੀ ਕਮਲਪ੍ਰੀਤ ਕੌਰ ਨੂੰ, ਇਹ ਕਿਹੜੇ ਪੱਖ ਤੋਂ ਅਸੀਂ ਕਹਿ ਸਕਦੇ ਕਿ ਸਿਮਰਜੀਤ ਸਿੰਘ ਮਾਨ ਦੀ ਕੁਰਬਾਨੀ ਦਾ ਮੁਕਾਬਲਾ ਕਰ ਸਕਦੀ ਹੈ? ਕਿਸੇ ਪੱਖ ਤੋਂ ਬਲਵੰਤ ਸਿੰਘ ਰਾਜੂ ਉਹਨਾਂ ਤਾਂ ਜੇਲ੍ਹ 'ਚ ਠੀਕ ਆ, ਬੇਅੰਤ ਸਿੰਘ ਕਤਲकांड 'ਚ ਉਸਦਾ ਨਾਮ ਆ, ਪਰ ਇਸ ਭੈਣ ਦੀ ਜਿਹੜੀ ਆ ਉਹ ਕੀ ਕੁਰਬਾਨੀ ਆ ਕਿ ਜਿਹੜੀ ਤੁਸੀਂ ਉਸ ਨੂੰ ਜਿਹੜੇ ਆ ਸਿਮਰਜੀਤ ਸਿੰਘ ਜਾਂ ਇੱਕ ਉਮੀਦ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਵਿੱਚੋਂ ਖੜਾ ਕਰਤਾ। ਬੰਦੀ ਸਿੰਘ ਤਾਂ ਹੋਰ ਵੀ ਬਹੁਤ ਜ਼ਿਆਦਾ ਨੇ, ਜਾਂ ਫਿਰ ਜੇ ਤੁਸੀਂ ਖੜਾ ਹੀ ਕਰਦੇ ਕਿਸੇ ਬੰਦੀ ਸਿੰਘ ਨੂੰ ਖੜਾ ਕਰ ਦੋ ਜਿਹੜਾ ਅੰਦਰ ਹੈ ਜੇਲ੍ਹ ਦੇ ਅੰਦਰ, ਉਸ ਉਮੀਦਵਾਰ ਨੂੰ ਖੜਾ ਕੀਤਾ ਜਾ ਸਕਦਾ ਜੇ ਵਾਕਿਆ ਹੀ ਤੁਸੀਂ ਇੰਨੇ ਗੰਭੀਰ ਜੀ। ਤੇ ਜੇ ਤੁਸੀਂ ਪਰਿਵਾਰ ਦੇ ਮੈਂਬਰ ਹੀ ਖੜੇ ਕਰਨੇ ਆ ਤਾਂ ਸਿਮਰਜੀਤ ਸਿੰਘ ਮਾਨ ਵੀ ਤਾਂ ਬੰਦੀ ਸਿੰਘਾਂ ਦੇ ਪਰਿਵਾਰ 'ਚ ਹੀ ਹੁੰਦਾ, ਉਹਦੇ ਬੇਟੇ ਨੂੰ ਖੜਾ ਕਰ ਦੋ, ਉਹਨੂੰ ਖੜਾ ਕੀਤਾ ਜਾ ਸਕਦਾ ਸੀ, ਪਰ ਨਹੀਂ। ਇੱਥੇ ਸਿਆਸਤ ਜਿਹੜੀ ਆ ਉਹ ਚੱਲਣ ਡਈ ਆ ਕਿ ਉਮੀਦਵਾਰ ਉਹ ਖੜਾ ਕਰੋ ਜਿਹੜਾ ਹਾਰ ਜੇ ਕੋਈ ਫਰਕ ਨਹੀਂ, ਜੇ ਜਿੱਤ ਜੇ ਤੇ ਸਾਡੇ ਅਹਿਸਾਨਾਂ ਥੱਲੇ ਨੱਪਿਆ ਰਵੇ, ਤੇ ਜੇ ਕੁਝ ਵੀ ਨਾ ਹੋਵੇ ਤਾਂ ਅਸੀਂ ਕੱਲ ਨੂੰ ਇਸ ਗੱਲੋਂ ਵੀ ਕਹਿ ਸਕੀਏ ਕਿ ਦੇਖੋ ਅਸੀਂ ਤਾਂ ਪੰਥ ਪ੍ਰਸਤ ਆ, ਅਸੀਂ ਤਾਂ ਉਹਨਾਂ ਪਰਿਵਾਰਾਂ ਦੇ ਪ੍ਰਤੀ ਟਿਕਟ ਦੀ ਕੁਰਬਾਨੀ ਵੀ ਦੇ ਦਿੱਤੀ, ਸੀਟ ਦੀ ਕੁਰਬਾਨੀ ਵੀ ਦੇ ਦਿੱਤੀ। ਪਰ ਚੱਠਾ ਸਾਹਿਬ ਲੋਕ ਜਿਹੜੇ ਨੇ ਹੁਣ ਇਹਨਾਂ ਗੱਲਾਂ ਵਿੱਚ ਨਹੀਂ ਆਉਣਗੇ। ਲੋਕ ਕਿਰਦਾਰਾਂ ਤੋਂ ਜਾਣੂ ਹੋ ਚੁੱਕੇ ਆ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਕਿਰਦਾਰ ਤੋਂ, ਔਰ ਇਹ ਇੱਕ ਅਸੀਂ ਕਹਿ ਸਕਦੇ ਹਾਂ ਇੱਕ ਚੰਗਾ ਕਦਮ, ਪਰ ਇਸ ਦਾ ਪ੍ਰਭਾਵ ਜਿਹੜਾ ਹੁਣ ਕੱਲ ਦਰਬਾਰ ਸਾਹਿਬ ਵਿਖੇ ਘੱਲੂਘਾਰਾ ਦਿਵਸ ਤੇ ਜਦੋਂ ਅਰਦਾਸ ਦਿਵਸ ਹੁੰਦਾ ਉਦੋਂ ਵੇਖਣ ਨੂੰ ਮਿਲੇਗਾ ਕਿ ਕੱਲ ਸਿਮਰਜੀਤ ਸਿੰਘ ਮਾਨ ਦਾ ਰੋਲ ਜਿਹੜਾ ਉਹ ਕੀ ਹੁੰਦਾ। ਅੱਜ ਤੋਂ 4 ਦਿਨ ਪਹਿਲਾਂ ਤਾਂ ਉਹ ਸੁਖਬੀਰ ਸਿੰਘ ਬਾਦਲ ਦੇ ਬੇੜੀ 'ਚ ਸਵਾਰ ਹੋਣ ਨੂੰ ਤਿਆਰ ਸੀ, ਜਥੇਦਾਰ ਦੇ ਹਰ ਹੁਕਮ ਨੂੰ ਮੰਨਣ ਦੇ ਸੀ,
ਕੀ ਹੁਣ ਕੱਲ ਦੁਬਾਰਾ ਜਦੋਂ ਹੁਣ ਉਹਨਾਂ ਨੇ ਆਪਣੇ ਕਾਗਜ਼ ਮਾਨ ਅਕਾਲੀ ਦਲ ਦੇ ਉਮੀਦਵਾਰ ਜੋ ਭਰ ਦਿੱਤੇ ਆ, ਤੇ ਕੱਲ ਬੀਬੀ ਕਮਲਪ੍ਰੀਤ ਕੌਰ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਉਮੀਦਵਾਰ ਵਜੋਂ ਆਪਣੇ ਕਾਗਜ਼ ਨੋਮੀਨੇਟ ਕਰਨੇ ਆ, ਤਾਂ ਫਿਰ ਉਸ ਵੇਲੇ ਕੱਲ ਜਦੋਂ ਫਸੀਲ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੌਮ ਦੇ ਨਾਲ ਸੰਦੇਸ਼ ਪ੍ਰਸਾਰਿਤ ਕਰਨਗੇ, ਫਿਰ ਉਸ ਵੇਲੇ ਮਾਨ ਸਾਹਿਬ ਦੀ ਭੂਮਿਕਾ ਕੀ ਹੋਏਗੀ, ਹੁਣ ਨਜ਼ਰਾਂ ਇਹਦੇ ਵਿੱਚ ਟਿਕੀਆਂ ਰਹਿਣਗੀਆਂ। ਕਿਉਂਕਿ ਦੂਜੇ ਪਾਸੇ ਜਥੇਦਾਰ ਧਿਆਨ ਸਿੰਘ ਮੰਡ ਨੇ ਵੀ ਆਪਣਾ ਸੰਦੇਸ਼ ਦੇਣਾ। ਹੁਣ ਕੱਲ ਪਤਾ ਲੱਗੇਗਾ ਕਿ ਮਾਨ ਸਾਹਿਬ ਕੀ ਕਰਦੇ ਆ ਜਾਂ ਸੁਖਬੀਰ ਸਿੰਘ ਬਾਦਲ ਕੀ ਕਰਦਾ। ਇਹ ਗੱਲ ਤਾਂ ਕਲੀਅਰ ਹੋ ਗਈ ਕਿ ਸਿੱਖ ਜਥੇਬੰਦੀਆਂ ਕਦੇ ਵੀ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੀਆਂ ਨਹੀਂ ਜੋ ਹੋ ਸਕਦੀਆਂ। ਇਹ ਪਹਿਲੇ ਖਿੰਡ ਪੁੱਟ ਗਈਆਂ ਸਨ। ਸੁਖਬੀਰ ਸਿੰਘ ਬਾਦਲ ਨੇ ਵੀ ਯਤਨ ਕੀਤਾ ਸੀ, ਪਰ ਸ਼ਾਇਦ ਉਹਦੇ ਯਤਨ ਦੇ ਵਿੱਚ ਉਹਨਾਂ ਯਤਨ ਸੰਜੀਦਾ ਨਹੀਂ ਸੀ ਜਿੰਨੀਆਂ ਉਹਦੇ ਵਿੱਚ ਚਾਲਾਂ ਲੁਕੀਆਂ ਸਨ, ਕੁੱਟਿਲ ਚਾਲਾਂ ਕਿ ਮਾਨ ਨੂੰ ਵੀ ਲੱਤ ਥੱਲੇ ਲਗਾ ਲਓ, ਮਾਨ ਵੀ ਹਰਾ ਦੋ, ਸਭ ਕੁਝ ਹਰਾ ਦੋ, ਤਾਂ ਆਪਣੀ ਸਰਦਾਰੀ ਫਿਰ ਕਾਇਮ ਰਵੇ। ਸ਼ਾਇਦ ਇਹੋ ਹੀ ਕੁਝ ਉੱਥੇ ਸਰਦੇਵ ਸਿੰਘ ਢੀਂਡਸਾ ਹੋਣਾ ਨਾ ਹੁੰਦਾ ਰਿਹਾ, ਆਪ ਹੀ ਖੜੇ ਕਰਕੇ ਆਪ ਹੀ ਹਰਾ ਦੇਣਾ। ਤੇ ਸ਼ਾਇਦ ਅੱਜ ਸਥਿਤੀ ਇਹ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਿ ਸੰਗਰੂਰ ਦੇ ਵਿੱਚ ਉਹਨਾਂ ਨੂੰ ਇੱਕ ਉਮੀਦਵਾਰ ਖੜਾ ਕਰਨ ਤੋਂ ਨਹੀਂ ਲੱਭਣ ਡਿਆ। ਬੀਬੀ ਕਮਲਪ੍ਰੀਤ ਕੌਰ ਦੀ ਜਿਹੜੀ ਹਾਜ਼ਰੀ ਆ ਕਿਹੋ ਜਿਹੀ ਹੁੰਦੀ ਹੈ ਤਾਂ ਲੋਕਾਂ ਨੇ ਫੈਸਲਾ ਕਰਨਾ। ਇਹ ਲੋਕਾਂ ਨੇ ਵੇਖਣਾ ਕਿ ਕਿਹਦੇ ਹੱਕ 'ਚ ਫਤਵਾ ਦੇਣਾ, ਕਿਹਦੇ ਹੱਕ 'ਚ ਨਹੀਂ ਦੇਣਾ, ਇਹ ਤਾਂ ਲੋਕਾਂ ਤੇ ਆ। ਪਰ ਇਹ ਸਭ ਕਾਸੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਉਹ ਕਿਰਦਾਰ, ਖਾਸ ਤੌਰ ਤੇ ਬਾਦਲ ਦਾ ਉਹ ਕਿਰਦਾਰ ਨੰਗਾ ਹੋ ਗਿਆ ਕਿ ਸੱਤਾ ਦੀ ਪ੍ਰਾਪਤੀ ਵਾਸਤੇ ਜੇ ਪੰਜਾਬ ਨੂੰ ਅੱਗ ਵੀ ਲਾਉਣੀ ਪਵੇ ਤਾਂ ਕਥਾ ਤੌਰ ਤੇ ਅੱਗ ਵੀ ਲਾ ਸਕਦੇ ਆ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਇਹਨਾਂ ਦਾ ਪੰਥਕ ਚਿਹਰਾ ਜਿਸ ਸਿਰ ਤੇ ਇਹ ਗੱਲਾਂ ਕਰ ਰਹੇ ਸਨ ਉਹ ਅੱਜ ਨੰਗਾ ਹੋ ਕੇ ਸਾਹਮਣੇ ਆਉਂਦਾ। ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ, ਜਿਸ ਕਾਰਨ ਹੁਣ ਬੰਦੀ ਸਿੰਘਾਂ ਦੇ ਨਾਮ ਦੇ ਉੱਤੇ ਇਹਨਾਂ ਚੋਣਾਂ ਦੇ ਵਿੱਚ ਦਾਅ ਖੇਡਣ ਦੀ ਤਿਆਰੀ ਹੈ। ਤੇ ਨਾਲੇ ਅਲਖ ਸਾਹਿਬ ਗੱਲ ਕਰਾਂਗੇ ਜਿਸ ਤਰੀਕੇ ਨਾਲ ਕਾਂਗਰਸ ਦੀ ਜੋ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ, ਸਾਬਕਾ 4 ਮੰਤਰੀ ਪਾਰਟੀ ਛੱਡ ਗਏ ਤੇ ਹੋਰ ਕਈ ਆਗੂ ਨੇ ਜਿਹੜੇ ਛੱਡ ਚੁੱਕੇ ਨੇ ਤੇ ਕਈਆਂ ਦੀ ਤਿਆਰੀ ਅੱਗੇ। ਤਾਂ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ, ਉਹ ਕਹਿੰਦੇ ਕਿ ਸੁਨੀਲ ਜਾਖੜ ਜਿਹੜੇ ਉਹ ਆਪਣੇ ਭਤੀਜੇ ਨੂੰ ਵੀ ਨਾਲ ਲੈ ਜਾਂਦੇ। ਤਾਂ ਕੀ ਲੱਗਦਾ ਹੈ ਕਿ ਰਾਜਾ ਵੜਿੰਗ ਇਹ ਚਾਹੁੰਦੇ ਨੇ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ, ਜਿਸ ਤਰੀਕੇ ਨਾਲ ਉਹਨਾਂ ਨੇ ਬਿਆਨ ਦਿੱਤਾ ਹੈ ਵੀ ਜਿਹੜਾ ਮਰਜ਼ੀ ਪਾਰਟੀ ਛੱਡ ਕੇ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ? ਚੱਠਾ ਸਾਹਿਬ, ਇੱਕ ਸਾਈਕੋਲੋਜੀ ਦੀ ਇੱਕ ਟਰਮ ਹੈ ਕਿ ਜਦੋਂ ਬੰਦਾ ਇੰਨੀ ਗੱਲ ਕਹਿੰਦਾ ਨਾ ਮੈਂ ਨਹੀਂ ਡਰਦਾ ਕਿਸੇ ਕੋਲ, ਉਦੋਂ ਐਕਚੁਅਲੀ ਉਹ ਡਰ ਰਿਹਾ ਹੁੰਦਾ ਜੀ। ਜਦੋਂ ਅਸੀਂ ਆਪਣੇ ਸੁਭਾਅ ਤੋਂ ਉਲਟ ਜਾ ਕੇ ਕੋਈ ਗੱਲ ਕਰਦੇ ਹਾਂ, ਮੈਨੂੰ ਨਹੀਂ ਕਿਸੇ ਦੀ ਪਰਵਾਹ, ਸਾਨੂੰ ਉਸ ਵਕਤ ਪਰਵਾਹ ਹੁੰਦੀ ਹੈ ਜੀ। ਅਸੀਂ ਆਪਣੇ ਮਨ ਦੀ ਉਸ ਅੰਦਰਲੇ ਡਰ ਨੂੰ ਲੁਕਾਉਣ ਕਰਕੇ ਹੀ ਅਜਿਹੀਆਂ ਸਟੇਟਮੈਂਟਾਂ ਦਿੰਦੇ ਆ। ਤੇ ਰਾਜਾ ਵੜਿੰਗ ਤਾਂ ਅੰਦਰੋਂ ਅੰਦਰ ਡਰਿਆ ਨਹੀਂ, ਪੂਰਨ ਤੌਰ ਤੇ ਹਿੱਲ ਗਿਆ। ਹਿੱਲ ਇਸ ਤਰੀਕੇ ਨਾਲ ਗਿਆ ਕਿ 1.5 ਮਹੀਨਾ ਅਜੇ ਉਸਨੂੰ ਪ੍ਰਧਾਨਗੀ ਸੌਂਪੇ ਨੂੰ ਹੋਇਆ, ਔਰ ਪ੍ਰਧਾਨਗੀ ਦਾ ਅਜੇ ਉਹਨਾਂ ਨੇ ਪੂਰਨ ਤੌਰ ਤੇ ਸੁੱਖ ਵੀ ਜਿਹੜਾ ਨਿੱਘ ਨਹੀਂ ਮੰਨਿਆ। ਇੰਨਾ ਵੱਡਾ ਝਟਕਾ ਜਿਹੜਾ ਕਾਂਗਰਸ ਪਾਰਟੀ ਨੂੰ ਉਹਨਾਂ ਦੀ ਪ੍ਰਧਾਨਗੀ ਅਗਵਾਈ ਦੇ ਸਮੇਂ ਲੱਗਦਾ, ਤਾਂ ਕੁਦਰਤੀ ਤੌਰ ਤੇ ਉਹ ਕੱਬੇ ਤੇ ਹਨ। ਡਰ ਤੇ ਉਹਨਾਂ ਨੂੰ ਲੱਗ ਹੀ ਰਿਹਾ ਕਿ ਠੀਕ 1 ਘੰਟਾ ਪਹਿਲਾਂ ਬਲਬੀਰ ਸਿੰਘ ਸਿੱਧੂ ਅੰਬਕਾ ਸੋਨੀ ਦੇ ਕੋਟੇ ਚੋਂ ਗਰਾਂਟਾ ਬਣਦਾ ਪਿਆ, ਤੇ ਇਸ ਗੱਲ ਦਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਪਤਾ ਹੀ ਨਹੀਂ ਕਿ ਏਡੀ ਵੱਡੀ ਕਾਰਵਾਈ ਜਿਹੜੀ ਹੋਣ ਵਾਲੀ ਹੈ ਜੀ। ਤੇ ਦੂਜੇ ਪਾਸੇ ਹੁਣ ਜਦੋਂ ਉਹ ਇੰਨੀ ਗੱਲ ਕਹਿ ਰਹੇ ਆ ਕਿ ਸੰਦੀਪ ਜਾਖੜ ਵੀ ਚਲਾ ਜਾਵੇ, ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਰਾਜਾ ਵੜਿੰਗ ਨੂੰ ਇਹ ਸਟੇਟਮੈਂਟ ਦੇਣ ਦੀ ਲੋੜ ਕੋਈ ਨਹੀਂ ਹੈ। ਠੀਕ ਆ, ਬੰਦੇ ਚਲੇ ਗਏ, ਬੰਦੇ ਆਉਂਦੇ ਆ ਜਾਂਦੇ ਆ, ਪਾਰਟੀਆਂ ਬਣੀਆਂ ਰਹਿੰਦੀਆਂ ਨੇ ਜੀ, ਫਿਰ ਇਹ ਚਿੰਤਾ ਦਾ ਵਿਸ਼ਾ ਕੋਈ ਨਹੀਂ। ਤੇ ਜੇ ਚੱਠਾ ਸਾਹਿਬ ਫਰਕ ਨਾ ਪੈਂਦਾ ਹੋਵੇ ਤਾਂ ਫਿਰ ਪੰਜਾਬ ਦੇ ਅੰਦਰ ਕਾਂਗਰਸ ਦੀ ਇਹ ਹਾਲਤ ਜਿਹੜੀ ਅੱਜ ਹੋਈ ਆ ਇਹ ਨਾ ਹੋਈ ਹੁੰਦੀ। ਕਾਂਗਰਸ ਪਾਰਟੀ 2 ਲੀਡਰ ਸਨ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ। ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਰਾਹੀਂ ਬਾਹਰ ਕਢਾਇਆ ਗਿਆ ਤੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਸੰਭਾਲ ਨਹੀਂ ਸਕੀ ਜੀ। ਤੇ ਪਾਰਟੀ ਦੀ ਸਥਿਤੀ ਅੱਜ ਇਹ ਰਹਿ ਗਈ ਆ, ਜੇਕਰ ਸੱਚ ਪੁੱਛੋਗੇ ਕਿ ਜੇਕਰ ਕਿਸੇ ਬੰਦੇ ਨੂੰ ਅੱਜ ਜਿਹੜੇ ਵਿਧਾਇਕ ਨੇ, ਸਾਬਕਾ ਵਿਧਾਇਕ, ਸਾਬਕਾ ਮੰਤਰੀ, ਜੇਕਰ ਰਾਜਾ ਵੜਿੰਗ ਉਹਨਾਂ ਨੂੰ ਪੁੱਛੇ ਨਾ ਹਾਂਜੀ ਤੁਸੀਂ ਕਾਂਗਰਸ ਪਾਰਟੀ ਚ ਰਹੋਗੇ, ਤੇ ਪਤਾ ਨਹੀਂ ਹੁੰਦਾ ਕਿ ਇੰਨੀ ਗੱਲ ਉਹਨੂੰ ਤੇ ਹਾਂ ਕਰ ਦੇਣ, ਅੰਦਰੋਂ ਅੰਦਰ ਹੀ ਉਹਨਾਂ ਨੇ ਵੀ ਭਾਜਪਾ ਦਾ ਹੱਥ ਬਣਾ ਲਿਆ, ਹਾਂਜੀ 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 ਤੁਹਾਡੇ ਨਾਲ ਆਵਾਂਗੇ ਭਾਈ, ਸ਼ਾਮ ਨੂੰ ਜਾ ਕੇ ਤੁਸੀਂ ਸੌਂ ਚੁੱਕੀ ਹੋਵੇ। ਤੇ ਰਾਜਾ ਵੜਿੰਗ ਨੂੰ ਟੀਵੀ ਤੋਂ ਪਤਾ ਲੱਗਦਾ ਹੋਵੇ ਹੈ ਇਦਾਂ ਵੀ ਹੋ ਗਿਆ। ਸੋ ਕਹਿਣ ਦਾ ਅਰਥ ਇਹ ਆ ਫਰਕ ਤਾਂ ਬਹੁਤ ਪੈਂਦਾ ਜੀ। ਫਰਕ ਇਹ ਦੇਖੋ, ਕਾਂਗਰਸ ਪਾਰਟੀ ਦੀ ਜਿਹੜੀ ਇਸ ਵੇਲੇ 17-18 ਵਿਧਾਇਕ ਨੇ,
ਜਿਹੜੇ ਜਿੱਤੇ ਨੇ ਉਹਨਾਂ ਦੇ ਵਿੱਚ ਵੀ ਆ ਜਿਹੜੀ ਟੁੱਟ ਭੱਜ ਹੋ ਜਾਣੀ, ਇਹ 4-5 ਦੇ ਜਾਣ ਦੇ ਨਾਲ ਬਹੁਤ ਫਰਕ ਪੈਣਾ। ਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਦੀਆਂ ਫਾਈਲਾਂ ਦੇ ਵਿੱਚੋਂ ਉਹਨਾਂ 17-18 ਦੇ ਵਿੱਚੋਂ ਕਿਸੇ 2-3 ਦਾ ਨਾਮ ਨਹੀਂ ਹੋਇਆ, ਸਥਿਤੀ ਹੋਰ ਵਿਗੜ ਜਾਣੀ ਆ। ਤੇ ਫਿਰ ਉਹ ਨਵਜੋਤ ਸਿੰਘ ਸਿੱਧੂ ਦਾ ਧੜਾ ਜਿਹੜਾ ਕਾਂਗਰਸ ਪਾਰਟੀ ਦੀ ਪੰਜਾਬ 'ਚ ਪੁਨਰ ਜੀਵਤਾ ਦਾ ਇੱਕ ਯਤਨ ਕਰਦਾ ਪਿਆ ਸੀ, ਮੈਨੂੰ ਲੱਗਦਾ ਕਿ ਉਸ ਧੜੇ ਦੇ ਫਿਰ ਦਿਨ ਜਿਹੜੇ ਚੰਗੇ ਆਉਣ ਵਾਲੇ ਆ, ਕਿਉਂਕਿ ਰਾਜਾ ਵੜਿੰਗ ਨੂੰ ਹੁਣ ਉਹਨਾਂ ਬੰਦਿਆਂ ਦੀ ਲੋੜ ਪੈਣੀ ਕਿ ਉਹ ਵੀ ਨਾ ਟਪੂਸੀ ਮਾਰ ਕੇ ਦੂਜੇ ਪਾਸੇ ਚਲੇ ਜਾਣ ਜੀ, ਕਿਉਂਕਿ ਉਹਨਾਂ ਦਾ ਲੀਡਰ ਤਾਂ ਹੁਣ ਨਵਜੋਤ ਸਿੰਘ ਸਿੱਧੂ 1 ਸਾਲ ਵਾਸਤੇ ਜੇਲ੍ਹ 'ਚ ਵੱਧਦੇ ਆ। ਜੇਲ੍ਹ ਤੋਂ ਜਦੋਂ ਉਸਨੇ ਬਾਹਰ ਆਉਣਾ ਉਦੋਂ ਰਾਸ਼ਟਰੀ ਮਤਲਬ ਮਾਫ ਕਰਨਾ, ਉਦੋਂ ਸਮੀਕਰਨ ਕਿਹੋ ਜਿਹੇ ਹੋਣੇ ਆ ਕਿਹੋ ਜਿਹੇ ਨਹੀਂ ਹੋਣੇ, ਇਹ ਉਦੋਂ ਦਾ ਸਮਾਂ ਦੱਸੇਗਾ। ਤੇ ਰਾਜਨੀਤੀ ਦੇ ਵਿੱਚ ਤਾਂ ਇਹ ਨਹੀਂ ਪਤਾ ਲੱਗਦਾ ਕਿ ਸਵੇਰੇ ਰੋਟੀ ਭਾਜਪਾ ਨਾਲ ਖਾਧੀ ਆ ਤੇ ਸ਼ਾਮ ਨੂੰ ਸ਼ਾਇਦ ਅਸੀਂ ਜਾ ਕੇ ਭਗਵੰਤ ਮਾਨ ਦੇ ਗੁੱਡੇ ਮੋਰੇ ਨਹੀਂ ਬਹਿ ਜਾਣਾ ਜੀ। ਰਾਜਨੀਤੀ ਪੰਜਾਬ ਦੀ ਰਾਜਨੀਤੀ ਦੀ ਸਥਿਤੀ ਇਹ ਆ ਕਿ ਸਵੇਰੇ ਜਿਹੜਾ ਬੰਦਾ ਕਾਂਗਰਸੀ ਆ 12 ਵਜੇ ਤੱਕ ਉਹ ਭਾਜਪਾਈ ਹੋ ਜਾਂਦਾ ਤੇ ਸ਼ਾਮੀ 6 ਵਜੇ ਉਹ ਭਗਵੰਤ ਮਾਨ ਦੀ ਪਾਰਟੀ ਚਲਾ ਜਾਂਦਾ। ਇਸ ਤਰ੍ਹਾਂ ਦੇ ਇਨਸੀਡੈਂਟ ਵੀ ਆਪਾਂ ਵੇਖੀਏ। ਤਾਂ ਕਾਂਗਰਸ ਪਾਰਟੀ ਨੂੰ ਜਿਹੜਾ ਖੋਰਾ ਲੱਗਾ ਆਪਣੇ ਚੱਠਾ ਸਾਹਿਬ ਬਹੁਤ ਜ਼ਬਰਦਸਤ ਲੱਗਾ, ਚਾਹੇ ਉਹ ਨਵਜੋਤ ਸਿੱਧੂ ਦੇ ਕਾਰਜਕਾਲ ਦਰਮਿਆਨ ਲੱਗਾ ਹੋਵੇ ਜੀ ਤੇ ਚਾਹੇ ਰਾਜਾ ਵੜਿੰਗ ਦੇ ਸਮੇਂ ਲੱਗਾ ਹੋਵੇ। ਅਣਖ ਸਾਹਿਬ ਸਵਾਲ ਇਹ ਵੀ ਜਿਸ ਤਰੀਕੇ ਦੇ ਨਾਲ ਪਹਿਲਾਂ ਚੋਣਾਂ 5 ਸੂਬਿਆਂ ਦੇ ਵਿੱਚ ਹਾਰਦੀ ਆ ਕਾਂਗਰਸ ਦਾ, ਪ੍ਰਧਾਨਾਂ ਤੋਂ ਅਸਤੀਫੇ ਮੰਗ ਲਏ ਜਾਂਦੇ ਨੇ, ਤਾਂ ਜਿਹੜੀ ਹੁਣ ਪੰਜਾਬ ਦੀ ਸਥਿਤੀ ਬਣੀ ਆ ਕਿ ਹਾਈ ਕਮਾਨ ਇਸ ਦੇ ਵਿਚਾਲੇ ਰਾਜਾ ਵੜਿੰਗ ਦਾ ਅਸਤੀਫਾ ਮੰਗੇਗੀ? ਆ ਬਹੁਤ ਮਹੱਤਵਪੂਰਨ ਪ੍ਰਸ਼ਨ ਆ ਰਿਹਾ ਚੱਠਾ ਸਾਹਿਬ ਜੀ ਜੀ ਕਿ ਜਦੋਂ ਕਾਂਗਰਸ ਹਾਰਦੀ ਹੈ ਤਾਂ ਉਸ ਵਕਤ ਅਸਤੀਫਾ ਮੰਗ ਲਿਆ ਜਾਂਦਾ। ਹੁਣ ਤਾਂ 4 ਮੰਤਰੀ ਬਾਕੀ ਵਿਧਾਇਕ ਜਿਹੜੇ ਜਾਣ ਨੂੰ ਚਲੇ ਗਏ ਨੇ, ਤੇ ਇਸ ਤੋਂ ਵੱਡਾ ਜ਼ਬਰਦਸਤ ਧਮਾਕਾ ਜਾਂ ਝਟਕਾ ਹੋ ਕੀ ਹੋ ਸਕਦਾ, ਤੇ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋ ਸਕਦੀ ਆ? ਮੰਨਣਾ ਤਾਂ ਮੰਗਿਆ ਦਾ ਰਾਜਾ ਵੜਿੰਗ ਦਾ ਵੀ ਅਸਤੀਫਾ ਚਾਹੀਦਾ, ਪਰ ਕਾਂਗਰਸ ਹਾਈਕਮਾਨ ਇਹੋ ਜਿਹੀ ਯੁੱਧ ਹੁਣ ਕਰੇਗੀ ਨਹੀਂ। ਏਦਾਂ ਨਾ ਹੋਵੇ ਕਿ ਰਾਜਾ ਵੜਿੰਗ ਕੋਲ ਅਸਤੀਫਾ ਮੰਗਣ ਰਾਜਾ ਵੜਿੰਗ ਆਪ ਹੀ ਭਾਰਤੀ ਜਨਤਾ ਪਾਰਟੀ ਚ ਜਾ ਸ਼ਾਮਲ ਹੋਵੇ। ਸੋ ਇਹੋ ਜਿਹੀਆਂ ਬੇਵਕੂਫੀਆਂ ਮੇਰਾ ਨਹੀਂ ਖਿਆਲ ਕਾਂਗਰਸ ਹਾਈਕਮਾਨ ਕਰੇ, ਕਿਉਂਕਿ ਜੇ ਬਾਕੀ ਜਾ ਸਕਦੇ ਆ ਰਾਜਾ ਵੜਿੰਗ ਕੋਲ ਅਸਤੀਫਾ ਮੰਗੇ, ਰਾਜਾ ਵੜਿੰਗ ਅਸਤੀਫਾ ਦੇਵੇ ਜੇਬ ਚ, ਦੂਜੇ ਪਾਸੇ ਜਾ ਕੇ ਅਮਿਤ ਸ਼ਾਹ ਨਾਲ ਉਹਨੇ ਜੱਫੀ ਪਾਈ ਹੋਵੇ, ਤਾਂ ਉੱਥੇ ਕਾਂਗਰਸ ਕੀ ਕਰੂਗੀ? ਘੱਟੋ ਘੱਟ 2-4 ਚਿਹਰੇ ਮੋਹਰੇ ਤੇ ਚਾਹੀਦੇ ਆ। ਬਾਕੀ ਇਹ ਸਾਰੇ ਐਪੀਸੋਡ ਚ ਮਾਝਾ ਬ੍ਰਿਗੇਡ ਦੀ ਜੈਕਾਕਾਰ ਆ, ਉਹ ਸਮਝਦੇ ਕਿ ਮੈਦਾਨ ਖਾਲੀ ਹੋ ਗਿਆ, ਜਿਨ੍ਹਾਂ ਦੇ ਸੁਖਜਿੰਦਰ ਸਿੰਘ ਰੰਧਾਵਾ ਹੋ ਗਿਆ, ਤ੍ਰਿਪਤਜਿੰਦਰ ਬਾਜਵਾ ਹੋ ਗਏ, ਉਹ ਬਿਲਕੁਲ ਚੁੱਪ ਨੇ, ਕੋਈ ਬਿਆਨ ਨਹੀਂ। ਉਹ ਇਹੋ ਚਾਹੁੰਦੇ ਪਏ ਨੇ ਜਿਹੜੇ 2-4 ਅੱਗੇ ਵੀ ਚਲੇ ਜਾਣ, ਕੱਲ ਨੂੰ ਫਿਰ ਜਦੋਂ ਕਿਤੇ ਕਾਂਗਰਸ ਬਣੀ, ਕਿਤੇ ਗੱਲ ਆਈ ਜੇ ਮੁੱਖ ਮੰਤਰੀ ਬਣਨ ਦੀ ਗੱਲ ਆਈ ਤੇ ਸ਼ਾਇਦ ਸਾਡਾ ਦਾਅ ਲੱਗ ਜੇ ਕਿ ਅਸੀਂ ਤਾਂ ਉਸ ਵਕਤ ਦੀ ਪਾਰਟੀ ਦੇ ਨਾਲ ਰਹੇ ਆ ਜਦੋਂ ਔਖੀ ਘੜੀ ਪਾਰਟੀ ਦੀ ਸੀ। ਉਹ ਇਹਨਾਂ 17-18 ਵਿਧਾਇਕਾਂ ਦੇ ਵਿੱਚੋਂ ਵੀ ਸਾਰੇ ਆਪੋ ਆਪਣੇ ਦਾਅ ਤੇ ਬੈਠੇ ਆ, ਜਿੱਧਰ ਕੋਈ ਦਾਅ ਲੱਗਦਾ ਲਾ ਲਓ। ਸੋ ਪਾਰਟੀ ਨੂੰ ਫਰਕ ਤਾਂ ਚੱਠਾ ਸਾਹਿਬ ਪੈਂਦਾ ਹੀ ਆ, ਤਾਂ ਫਰਕ ਪਿਆ ਹੀ ਆ ਕਿ ਰਾਜਾ ਵੜਿੰਗ ਅੱਜ ਸਵੇਰੇ ਸੈਰ ਕਰਦੇ ਹੋਏ ਇਹ ਗੱਲਾਂ ਕਹਿ ਰਹੇ ਸਨ, ਜਿਨ੍ਹਾਂ ਨੇ ਜਾਣਾ ਚਲੇ ਜਾਓ। ਜਾਣਾ ਤੇ ਹੈ ਹੀ ਆ, ਜਿਨ੍ਹਾਂ ਨੇ ਜਾਣਾ ਉਹਨਾਂ ਨੇ ਰਾਜਾ ਵੜਿੰਗ ਨੂੰ ਪੁੱਛ ਕੇ ਨਹੀਂ ਜਾਣਾ। ਪ੍ਰਸ਼ਨ ਇਹ ਆ ਕਿ ਰਾਜਾ ਵੜਿੰਗ ਨਾ ਕਿਤੇ ਚਲੇ ਜਾਵੇ। ਸਭ ਤੋਂ ਵੱਡੀ ਗੱਲ ਜਿਹੜਾ ਪ੍ਰਸ਼ਨ ਉਹ ਇਹ ਲੱਗਦਾ ਕਿਤੇ ਸ਼ਾਮ ਤੱਕ ਆਪਾਂ ਸ਼ਾਮ ਦੇ ਪ੍ਰੋਗਰਾਮ 'ਚ ਇਹੋ ਹੀ ਨਾ ਗੱਲ ਕਰਦੇ ਹੋਈਏ ਕਿ ਹੁਣ ਰਾਜਾ ਵੜਿੰਗ ਤੋਂ ਬਾਅਦ ਦੂਜਾ ਨੰਬਰ ਕਿਹਦਾ। ਇਹ ਵੀ ਸਥਿਤੀਆਂ ਜਿਹੜੀਆਂ ਬਣਦੀਆਂ ਨਜ਼ਰ ਜਿਹੜੀਆਂ ਆ ਰਹੀਆਂ ਨੇ। ਚਲੋ ਸਾਰੇ ਚਲੇ ਗਏ ਤਾਂ ਪ੍ਰਧਾਨਗੀ ਕਰਦੀ ਕਿਹਦੀ ਆ? ਮਤਲਬ ਗੱਲ ਤਾਂ ਇਹ ਹੈਗੀ ਕਿ ਦੁਸਹਿਰਾ ਜਿਹੜਾ ਹੁੰਦਾ ਨਾ ਚੱਠਾ ਸਾਹਿਬ, ਗਰਾਊਂਡ 'ਚ ਕਾਗਜ਼ ਦੇ ਰਾਵਣ ਨੂੰ ਤਾਂ ਅੱਗ ਲਾ ਕੇ ਸਾਰੇ ਦੁਸਹਿਰਾ ਵੇਖ ਲੈਂਦੇ ਆ। ਅਸਲੀ ਦੁਸਹਿਰਾ ਤਾਂ ਕਿਸੇ ਨੇ ਵੇਖਿਆ ਜਾਂ ਨਹੀਂ ਵੇਖਿਆ। ਗੱਲ ਇਹ ਹੈ ਕਿ ਮੈਨੂੰ ਤਾਂ ਏਦਾਂ ਲੱਗਦਾ ਕਿ ਸ਼ਾਮ ਤੱਕ ਕਿਤੇ ਰਾਜਾ ਵੜਿੰਗ ਵੀ ਅਸਤੀਫਾ ਦੇ ਕੇ ਕਿਤੇ ਭਾਰਤੀ ਜਨਤਾ ਪਾਰਟੀ ਨਾਲ ਸ਼ਾਮਲ ਹੋਏ ਹੋਣ। ਸੋ ਫਰਕ ਤਾਂ ਸਮਾਂ ਦੱਸੇਗਾ ਜੀ। ਬਿਲਕੁਲ ਗੰਭੀਰ ਸਥਿਤੀਆਂ ਬਣੀਆਂ ਹੋਈਆਂ ਨੇ ਕਾਂਗਰਸ ਪਾਰਟੀ ਦੀਆਂ ਪੰਜਾਬ ਦੇ ਵਿੱਚ। ਤੇ ਨਾਲ ਹੀ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ। ਅੱਜ ਪੂਰਾ 1 ਹਫ਼ਤਾ ਹੋ ਚੁੱਕਿਆ, 7 ਦਿਨ ਹੋ ਚੁੱਕੇ ਨੇ, ਪਰ ਕਾਤਲ ਨੇ ਜਿਹੜੇ ਉਹ ਐਸਆਈਟੀ ਦੀ ਗ੍ਰਿਫਤ ਤੋਂ ਬਾਹਰ ਨੇ। ਤਾਂ ਉੱਧਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੁੱਖ ਮੰਤਰੀ ਵੀ ਪਹੁੰਚਦੇ ਨੇ, ਭਗਵੰਤ ਮਾਨ ਤਾਂ ਕੁਝ ਵਜ਼ੀਰ ਵੀ ਪਹੁੰਚਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ। ਤਾਂ ਭਰੋਸਾ ਦਿਵਾਇਆ ਜਾਂਦਾ, ਕਹਿੰਦੇ ਕਿ ਪੂਰਾ ਇਨਸਾਫ ਮਿਲੇਗਾ। ਤੇ ਦੂਜੇ ਪਾਸੇ ਹੁਣ ਉਹਨਾਂ ਦਾ ਪਰਿਵਾਰ ਗ੍ਰਹਿ ਮੰਤਰੀ ਨੂੰ ਮਿਲਿਆ। ਤਾਂ ਕੀ ਲੱਗਦਾ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਜਿਹੜੀ ਜਾਂਚ ਕਰ ਰਹੀ ਹੈ ਪੰਜਾਬ ਸਰਕਾਰ? ਚੱਠਾ ਸਾਹਿਬ ਦੇਖੋ, ਜਿਨ੍ਹਾਂ ਦਾ ਜਵਾਨ ਪੁੱਤ ਗਿਆ ਹੋਵੇ ਉਹਨਾਂ ਨੇ ਇਨਸਾਫ ਦੀ ਭਾਲ ਦੇ ਵਿੱਚ ਤਾਂ ਹਰ ਦਰ ਖਟਖਟਾਉਣਾ ਹੀ ਹੈ, ਹਰ ਦਰਵਾਜ਼ੇ ਦੇ ਦਸਤਕ ਦੇਣੀ ਹੈ ਜੀ। ਚਾਹੇ ਉਹ ਕੇਂਦਰ ਸਰਕਾਰ ਹੋਵੇ ਤੇ ਚਾਹੇ ਉਹ ਰਾਜ ਸਰਕਾਰ ਹੋਵੇ ਜੀ। ਉਹਨਾਂ ਦਾ ਜਾਣਾ ਸੁਭਾਵਿਕ ਹੈ। ਉਹਨਾਂ ਨੇ ਇਨਸਾਫ ਮੰਗਣਾ ਤੇ ਉਹਨਾਂ ਨੂੰ ਇਨਸਾਫ ਦੇਣਾ ਸਰਕਾਰਾਂ ਦਾ ਫਰਜ਼ ਹੈ, ਕਿਉਂਕਿ ਲੋਕਾਂ ਨੇ ਭਰੋਸੇਯੋਗ ਤਾਂ ਸਰਕਾਰਾਂ ਦੇ ਪ੍ਰਤੀ ਜੀ। ਪਰ ਇਸ ਦੇ ਵਿੱਚ ਰਾਜਨੀਤੀ ਜਿਹੜੀ ਨਹੀਂ ਹੋਣੀ ਚਾਹੀਦੀ। ਕੱਲ ਜਿਸ ਤਰੀਕੇ ਨਾਲ ਰਾਜਾ ਵੜਿੰਗ ਹੋਣੀ ਸਟੇਟਮੈਂਟ ਦੇ ਰਹੇ ਸਨ ਕਿ ਕਾਂਗਰਸ ਉਹਨਾਂ ਦੇ ਫਾਦਰ ਨੂੰ ਟਿਕਟ ਦੇ ਸਕਦੀ ਹੈ, ਉਹ ਲੜਨ ਨੂੰ ਉਮੀਦਵਾਰ, ਤਾਂ ਉਹਨਾਂ ਦਾ ਬਹੁਤ ਸੋਹਣਾ ਸਟੇਟਮੈਂਟ ਕਹਿੰਦਾ ਜਿਹੜੇ ਮੇਰੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ।
ਤੇ ਤੁਸੀਂ ਰਾਜਨੀਤੀ ਕਰਨ ਲੱਗ ਪਏ ਜੇ। ਬਹੁਤ ਸਿਆਣੀ ਗੱਲ ਜਿਹੜੀ ਸੀ ਉਹ ਸੀ। ਨਹੀਂ ਤਾਂ ਕਾਂਗਰਸ ਪਾਰਟੀ ਦੇ ਖਾਸ ਤੌਰ ਤੇ ਰਾਜਾ ਵੜਿੰਦਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੁੱਦੇ ਤੇ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਉਹਨਾਂ ਨੇ ਆਪਣਾ ਪਾਸਾ ਸੁੱਟ ਦਿੱਤਾ। ਘੱਟੋ ਘੱਟ ਕਿਸੇ ਦੇ ਜਵਾਨ ਪੁੱਤ ਦੀ ਡੈਥ ਹੋਈ ਆ, ਭੋਗ ਅਜੇ 8 ਤਰੀਕ ਨੂੰ ਪੈਣਾ, ਤੁਸੀਂ ਉਹਨਾਂ ਨੂੰ ਇਲੈਕਸ਼ਨ 'ਚ ਉਲਝਾ ਰਹੇ ਜੀ। ਘੱਟ ਤੋਂ ਘੱਟ ਤੁਹਾਡੀ ਕਬੀਲਗੀ ਜਿਹੜੀ ਆ ਉਹ ਸਾਹਮਣੇ ਆ ਗਈ। ਉਦਾਂ ਦਾ ਕਾਂਗਰਸ ਪਾਰਟੀ ਕਹਿੰਦੀ ਕਿ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆ। ਘੱਟ ਤੋਂ ਘੱਟ ਇਹੋ ਜਿਹੇ ਮਾਹੌਲ ਦੇ ਵਿੱਚ ਇਹੋ ਜਿਹੀ ਗੱਲ ਕਰਦੀ ਹੀ ਮੇਰਾ ਨਹੀਂ ਖਿਆਲ ਕਿ ਕਿਸੇ ਪੱਖ ਤੋਂ ਬਾਜੂ ਸੀ। ਇੱਕ ਕਮੀਨੇਪਨ ਦੀ ਹੱਦ ਹੁੰਦੀ ਹੈ ਰਾਜਨੀਤੀ ਦਾ ਸਿੱਖ। ਖੈਰ ਪ੍ਰਸ਼ਨ ਜਿਹੜਾ ਸੀ ਤੁਹਾਡਾ ਉਹ ਸ਼ਾਹ ਸਾਹਿਬ ਨੂੰ ਮਿਲਦਾ ਸੀ। ਉਹਨਾਂ ਨੇ ਅਮਿਤ ਸ਼ਾਹ ਉਹਨਾਂ ਨੂੰ ਬੇਨਤੀ ਕੀਤੀ ਹੈ। ਅਮਿਤ ਸ਼ਾਹ ਨੇ ਵੀ ਇੰਨੀ ਗੱਲ ਭਰੋਸਾ ਦਿੱਤਾ ਕਿ ਪਾਣੀ ਜਿਹੜਾ ਸਿਰ ਤੋਂ ਤਾਂ ਨਹੀਂ ਜਾ ਦਿੱਤਾ ਜਾਏਗਾ ਔਰ ਜਾਣਾ ਵੀ ਨਹੀਂ ਚਾਹੀਦਾ। ਇਹ ਤਾਂ ਸ਼ਰੇਆਮ ਹਤਿਆਵਾਂ ਹੋਣੀਆਂ ਜੰਗਲ ਰਾਜ ਦੀ ਨਿਸ਼ਾਨੀ ਹੈ। ਇਸ ਜੰਗਲ ਰਾਜ ਵਿੱਚ ਅਸਫਲ ਕੌਣ ਆ, ਜ਼ਿੰਮੇਵਾਰੀ ਨਿਰਧਾਰਤ ਹੋਣੀ ਚਾਹੀਦੀ ਕਿ ਜੰਗਲ ਰਾਜ ਕਾਇਮ ਕਰਨ ਦੇ ਵਿੱਚ ਕਿਹਦੀ ਭੂਮਿਕਾ, ਚਾਹੇ ਉਹ ਕੇਂਦਰ ਸਰਕਾਰ ਆ, ਰਾਜ ਸਰਕਾਰ ਆ, ਐਕਸ਼ਨ ਜਿਹੜਾ ਹੋਣਾ ਚਾਹੀਦਾ। ਤਾਂ ਬਾਬੇ ਨੇ ਜੇਕਰ ਇਨਸਾਫ ਦੀ ਮੰਗ ਅਮਿਤ ਸ਼ਾਹ ਹੋਣਾ ਕੋ ਕੀਤੀ ਤਾਂ ਆਸ ਕਰਨੀ ਚਾਹੀਦੀ ਕਿ ਇਨਸਾਫ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਜਵਾਨ ਪੁੱਤਾਂ ਦੇ ਸਿਵਿਆਂ ਨੂੰ ਅੱਗ ਲਾਉਣੀ ਬਹੁਤ ਔਖਾ ਹੁੰਦਾ। ਉਹਨਾਂ ਦੀਆਂ ਲਾਸ਼ਾਂ ਆਪਣੇ ਮੋਢਿਆਂ ਤੇ ਕਿਸੇ ਚੁੱਕ ਕੇ ਕਿਸੇ ਬਜ਼ੁਰਗ ਬਾਪ ਨੂੰ ਪੁੱਛੋ ਕਿ ਸਭ ਤੋਂ ਵੱਡਾ ਭਾਰ ਉਹਦਾ ਹੈ। ਸੋ ਜੇ ਉਹ ਅਮਿਤ ਸ਼ਾਹ ਉਹਨਾਂ ਨੂੰ ਮਿਲੇ ਤਾਂ ਅਮਿਤ ਸ਼ਾਹ ਉਹਨਾਂ ਨੇ ਭਰੋਸਾ ਦਿੱਤਾ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਕੇਂਦਰ ਸਰਕਾਰ ਉਹਨਾਂ ਦੇ ਭਰੋਸੇ ਨੂੰ ਕਿੱਥੋਂ ਤੱਕ ਕਰਦੀ ਆ। ਬਾਕੀ ਪੰਜਾਬ ਸਰਕਾਰ ਨੇ ਵੀ ਭਰੋਸਾ ਦਿੱਤਾ ਸੀ। ਪੰਜਾਬ ਸਰਕਾਰ ਨੇ ਉਹਨਾਂ ਨੇ ਕਿਹਾ ਸੀ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਾਈ ਜਾਵੇ। ਹਾਈ ਕੋਰਟ ਪਿੱਛੇ ਹਟ ਗਈ। ਹੁਣ ਪੰਜਾਬ ਸਰਕਾਰ ਦਾ ਰੁਖ ਵੇਖਣਾ ਪਏਗਾ। ਬਿਲਕੁਲ 7 ਦਿਨ ਹੋ ਚੱਲੇ ਆ, ਅਜੇ ਤੱਕ ਸਰਕਾਰ ਨੇ ਇੱਕ ਵੀ ਬੰਦਾ ਜ਼ਿੰਮੇਵਾਰ ਬੰਦਾ ਫੜ ਕੇ ਪੇਸ਼ ਨਹੀਂ ਕੀਤਾ ਜਾਂ ਅਜੇ ਕੋਈ ਵੀ ਸਿੱਟੇ ਦੇ ਕਿਤੇ ਨਹੀਂ ਪਹੁੰਚੀ। ਖਬਰਾਂ ਜ਼ਰੂਰ ਆਉਂਦੀਆਂ ਜੀ ਉਥੋਂ ਨਿਸ਼ਾਨਦੇਹੀ ਕਰ ਲਈ, ਉਥੋਂ ਨਿਸ਼ਾਨਦੇਹੀ ਕਰ ਲਈ ਗਈ। ਗੱਲ ਇਸ ਤਰ੍ਹਾਂ ਨਹੀਂ, ਗੱਲ ਇਹ ਆ ਕਿ ਇੱਕ ਇੱਕ ਦਿਨ ਸਰਕਾਰ ਤੇ ਭਾਰੂ ਹੁੰਦਾ ਜਾ ਰਿਹਾ। ਇਹ ਵੀ ਕਹਿਣਾ ਸਰਕਾਰ ਕੋਲ ਕੋਈ ਜਾਦੂ ਦੀ ਡੰਡੀ ਨਹੀਂ, ਜੇ ਨਹੀਂ ਹੈਗੀ ਤਾਂ ਪਰ ਫਿਰ ਵੀ ਸਰਕਾਰ ਆਪ ਚਲਾ ਰਹੀ ਹੈ। ਤਾਂ ਉਹ ਸਰਕਾਰ ਫਿਰ ਕਾਹਦੀ ਕੀ ਜਿਸ ਨੂੰ ਪਤਾ ਨਹੀਂ। ਸੋ ਜਿਹੜੀਆਂ ਵੀ ਸਰਕਾਰਾਂ ਨੇ, ਚਾਹੇ ਕੇਂਦਰ ਸਰਕਾਰ ਚਾਹੇ ਰਾਜ ਸਰਕਾਰ, ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਨੂੰ ਪੂਰਨ ਤੌਰ ਤੇ ਨਿਰਪੱਖਤਾ ਦੇ ਨਾਲ ਤੇ ਨਿਡਰਤਾ ਦੇ ਨਾਲ ਨਿਭਾਉਣੀ ਚਾਹੀਦੀ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਣਖੀ ਸਾਹਿਬ, ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਦੇ ਲਈ। ਬਹੁਤ ਬਹੁਤ ਸ਼ੁਕਰੀਆ ਚੱਠਾ ਸਾਹਿਬ। ਤਾਂ ਸਾਡੇ ਨਾਲ ਸਨ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ, ਜਿਨ੍ਹਾਂ ਨੇ तमाम ਸਥਿਤੀਆਂ ਨੇ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਬਣੀਆਂ ਨੇ ਉਸ ਨੂੰ ਲੈ ਕੇ ਸਪਸ਼ਟ ਕੀਤਾ। ਤੇ ਉਧਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜ਼ਿਮਨੀ ਚੋਣਾਂ ਨੂੰ ਲੈ ਕੇ ਹਾਲਾਤ ਬਣੇ ਹੋਏ ਨੇ ਉਸ ਨੂੰ ਵੀ ਬੜੀ ਨਿਡਰਤਾ ਦੇ ਨਾਲ ਪੇਸ਼ ਕੀਤਾ ਕਿ ਕੀ ਸਥਿਤੀਆਂ ਬਣਦੀਆਂ ਨਜ਼ਰ ਆ ਰਹੀਆਂ ਨੇ। ਤਾਂ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਜੁੜੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਦੇ ਨਾਲ। ਦਿਓ ਇਜਾਜ਼ਤ। ਧੰਨਵਾਦ।